अल्ताफ बुखारी साहब जिंदाबाद। बुखारी साहब जिंदाबाद। अपनी पार्टी जिंदाबाद। अपनी पार्टी जिंदाबाद। जम्मू कश्मीर अपनी पार्टी जिंदाबाद। जम्मू कश्मीर अपनी पार्टी जिंदाबाद। जम्मू कश्मीर अपनी पार्टी जिंदाबाद। ठीक है। बहन पवनीत कौर जी जम्मू प्रोविंस ਅਸੀਂ ਅਲਤਾਫ ਬੁਖਾਰੀ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਆਪਣੀ ਪਾਰਟੀ ਜੁਆਇਨ ਕਰ ਰਹੇ ਹਾਂ। ਅਸੀਂ 1 ਸਾਲ ਪਹਿਲਾਂ ਤੋਂ ਆਪਣੀ ਪਾਰਟੀ ਦੇ ਵਿੱਚ ਦਿਲ ਮਨ ਲਗਨ ਨਾਲ ਕੰਮ ਕਰ ਰਹੇ ਹਾਂ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਅਲਤਾਫ ਬੁਖਾਰੀ ਸਾਹਿਬ ਨੂੰ ਵੀ ਇਸ ਪਾਰਟੀ ਦੇ ਵਿੱਚ ਅਸੀਂ ਬਿਲਕੁਲ ਵਫਾਦਾਰੀ ਦੇ ਨਾਲ ਕੰਮ ਕਰਾਂਗੇ ਅਤੇ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਮਨਜੀਤ ਸਿੰਘ ਨਾਲ ਸੰਪਰਕ ਕਰਕੇ ਸੀ ਉਹ ਸਾਡੇ ਦਿਲ ਦੇ ਵਿੱਚ ਸੀ। ਅਸੀਂ ਕੋਈ ਕਹਿੰਦੇ ਨੇ ਕਿ ਬੰਦਾ ਉਹਦਾ ਚਿਹਰਾ ਦੇਖ ਕੇ ਪੜ ਲੈਂਦਾ ਕਿ ਬੰਦਾ ਇਮਾਨ ਵਾਲਾ ਜਾਂ ਕੈਸਾ। ਸੋ ਅਸੀਂ ਇਹਨਾਂ ਨੂੰ ਗੱਲ ਦੇਖੀ ਦੇਖ ਕੇ ਹੀ ਚਲੇ ਪੂਰੇ ਫੀਲਡ ਦੇ ਵਿੱਚ ਇਲੈਕਸ਼ਨ ਦੇ ਵਿੱਚ ਅਸੀਂ ਸਵੇਰੇ 8 ਵਜੇ ਆਉਂਦੇ ਸੀ ਤੇ ਰਾਤ ਦੇ 12 ਵਜੇ ਜਾਂਦੇ ਸੀ। ਜੋ ਪੁਰਾਣੇ ਸੀਨੀਅਰ ਸਾਨੂੰ ਸਾਰਿਆਂ ਨੂੰ ਪਤਾ। ਸੋ ਪਰ ਅਸੀਂ ਸਭ ਤੋਂ ਵੱਡੀ ਚੀਜ਼ ਦੇਖੀ ਹੈ ਪ੍ਰਵੀਨ ਕੌਰ ਦੀ ਜਿਹੜੀ ਇਹਨਾਂ ਦਾ ਵਰਕ ਦੇਖਿਆ। ਹਰ ਨੇੜੀ ਵਿੱਚ ਪੁੱਜਣਾ, ਹਰ ਦੁੱਖ ਦੇ ਵਿੱਚ ਪੁੱਜਣਾ, ਹਰ ਸੁੱਖ ਦੇ ਵਿੱਚ ਪੁੱਜਣਾ, ਹਰ ਕਿਸੇ ਦੀ ਮਜਬੂਰੀ ਵਿੱਚ ਪੁੱਜਣਾ। ਇਹਨਾਂ ਦੀ ਇਹ ਚੀਜ਼ ਦੇਖ ਕੇ ਸਾਡੇ ਮਨ ਦੇ ਵਿੱਚ ਆਈ ਹੈ ਕਿ ਬਈ ਅਗਰ ਇਹ ਇੰਨਾ ਵਰਕ ਕਰ ਰਹੀ ਹੈ ਸਾਡੀ ਬੱਚੀ ਸਾਡੀ ਭੈਣ ਤੇ ਅਸੀਂ ਇਸ ਪਾਰਟੀ ਦੇ ਵਿੱਚ ਆਉਣਾ। ਔਰ ਅਸੀਂ ਤੁਹਾਨੂੰ ਵਾਰੀ ਸਾਹਿਬ ਭਾਸ਼ਣ ਦਿੰਦੇ ਹਾਂ ਕਿ ਤੁਹਾਨੂੰ ਪਤਾ ਜਿੱਥੇ ਖਾਲਸਾ ਖੜ ਜਾਂਦਾ ਉਹ ਪਿਛੜਿਆਂ ਦਾ ਮੈਦਾਨ ਫਤਿਹ ਕਰਕੇ ਇਹ ਜਿੰਨੇ ਵੀ ਤੁਸੀਂ ਬੈਠੇ ਇੱਥੇ ਦੇਖ ਰਹੇ ਹੋ ਸਭ ਪਿਓਰ। ਕੋਈ ਅਸੀਂ ਬਾਹਰ ਨਹੀਂ ਲਿਆਂਦਾ ਦਾ ਆਪਣੀ ਬੁਲਾਦੇ ਸਾਰੇ ਆਸ਼ਵਾਸਨ ਦਿੰਦੇ ਹਾਂ ਕਿ ਅਸੀਂ ਇਸ ਪਾਰਟੀ ਦਾ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ ਜੋ ਸਾਨੂੰ ਇੰਨੇ ਅੱਛੇ ਸੀਨੀਅਰ ਆਦਮੀ ਜੋ ਸਾਨੂੰ ਮਿਲੇ ਤੇ ਬੜਾ ਮਨ ਖੁਸ਼ ਹੋਇਆ ਇਹਨਾਂ ਦੇਖ ਕੇ। ਅਸੀਂ ਪਾਰਟੀ ਵਿੱਚ ਚਲੇ ਹਾਂ। ਪਿਛਲਾ ਇਲੈਕਸ਼ਨ ਹੋਇਆ, ਇਲੈਕਸ਼ਨ ਦੇ ਵਿੱਚ ਅਸੀਂ ਚਲੇ ਹਾਂ। ਕੁਛ ਸਾਡੇ ਜਿਹੜੇ ਕੰਮ ਹੁੰਦੇ ਨੇ ਅਸੀਂ ਅਗਰ ਸਾਨੂੰ ਥੋੜੀ ਸਪੋਰਟ ਤੁਹਾਡੀ ਪਾਰਟੀ ਤਰਫੋਂ ਪਿੱਛੋਂ ਵੀ ਹੋਏਗੀ ਤੇ ਅਸੀਂ ਵੱਧ ਚੜ ਕੇ ਉਹ ਕੰਮ ਕਰਾਂਗੇ ਜਿਹਦੇ ਵਿੱਚ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਸਾਡੀ ਕਾਂਸਟੀਟਿਊਸ਼ਨ ਦੇ ਵਿੱਚ ਹਰ ਘਰ ਦੇ ਵਿੱਚ ਅਸੀਂ ਪੁੱਜਾਂਗੇ। ਅਸੀਂ ਸੇਵਾ ਕਰਨੀ ਹੈ ਉਹਨਾਂ ਦੀ ਜਾ ਕੇ ਆਪਣੇ ਭਾਈਚਾਰਾ ਬਣਾ ਦੀ ਕੋਈ ਵੀ ਸਾਡਾ ਧਰਮ ਦਾ ਬੰਦਾ ਹੋਏਗਾ ਉਹਨਾਂ ਦੀ ਸੇਵਾ ਕਰਨੀ ਹੈ ਨਾ ਕਿ ਅਸੀਂ ਕੋਈ ਨੀਤੀ ਕਿਸਮ ਦੱਸੀ। ਸਾਡਾ ਬਹੁਤ ਵੱਡਾ ਮਸਲਾ ਵਾਕਿਆ ਇਹਨਾਂ ਠੀਕ ਹੈ ਕਿ ਨਵੀਂ MLA ਮੈਂ ਅੱਜ ਆਪਣੇ ਤੋਂ ਵੀਰ ਕਰਦਾ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਸਾਡੀ ਕਾਂਸਟੀਟਿਊਸ਼ਨ ਦੇ ਵਿੱਚੋਂ ਜੋ ਕੁਝ ਤੁਸੀਂ ਅੱਜ ਜੰਮੂ ਕਸ਼ਮੀਰ ਆਪਣੀ ਪਾਰਟੀ ਦਾ ਹਿੱਸਾ ਬਣੇ ਹੋ। ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ, ਤੁਹਾਡਾ ਵੈਲਕਮ ਵੀ ਕਰਨਾ ਔਰ ਤੁਹਾਨੂੰ ਇਹ ਯਕੀਨ ਦਿਲਾਨਾ ਕਿ ਜਿਸ ਉਮੀਦ ਆਸ ਔਰ ਭਰੋਸੇ ਦੇ ਨਾਲ ਤੁਸੀਂ ਜੰਮੂ ਕਸ਼ਮੀਰ ਆਪਣੀ ਪਾਰਟੀ ਦਾ ਦਾਮਨ ਪਕੜਿਆ, ਅਲਤਾਫ ਬੁਖਾਰੀ ਸਾਹਿਬ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ, ਸਾਡੀ ਪਾਰਟੀ ਪੂਰਾ ਪ੍ਰयास ਕਰੇਗੀ ਕਿ ਅਸੀਂ ਤੁਹਾਡੀ ਉਮੀਦਾਂ 'ਤੇ ਪੂਰਾ ਉਤਰ ਸਕੀਏ। ਮੇਰੇ ਦੋਸਤੋ, ਸਾਥੀਓ, ਬਜ਼ੁਰਗੋ, ਤੁਸੀਂ ਸਾਰੇ ਜਾਣਦੇ ਹੋ ਕਿ ਜੰਮੂ ਕਸ਼ਮੀਰ ਜਿਹੜਾ ਹੈ ਇਹ ਬਹੁਤ ਪੁਰਾਣੀ ਰਿਆਸਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਇਹ ਜੰਮੂ ਕਸ਼ਮੀਰ ਜਿਹੜਾ ਹੈ ਇਹ ਜਦੋਂ ਗ੍ਰੇਟਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਜਦੋਂ ਲਾਹੌਰ ਹੁੰਦੀ ਸੀ ਉਸ ਦੌਰਾਨ ਇਹ ਜੰਮੂ ਕਸ਼ਮੀਰ ਵੀ ਜਿਹੜਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਉਸ ਦੇ ਬਾਅਦ ਡੋਗਰਾ ਰੂਲਰ ਆਏ ਮਹਾਰਾਜਾ ਗੁਲਾਬ ਸਿੰਘ ਤੋਂ ਲੈ ਕੇ ਮਹਾਰਾਜਾ ਹਰੀ ਸਿੰਘ ਤੱਕ। ਇਹ ਸਾਡੀ ਰਿਆਸਤ ਜਿਹੜੀ ਹੈ ਇਹ ਆਜ਼ਾਦ ਰਿਆਸਤ ਰਹੀ, ਇਹ ਅੰਗਰੇਜ਼ਾਂ ਦੇ ਵੀ ਗੁਲਾਮ ਨਹੀਂ ਰਹੀ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇਸ ਰਿਆਸਤ ਦਾ ਉਹ ਬੁਰਾ ਹਾਲਤ ਕੀਤੀ ਹੈ ਕਿ 370 ਵੀ ਤੋੜ ਦਿੱਤੀ, 35A ਵੀ ਤੋੜ ਦਿੱਤੀ। ਚਲੋ ਇਹ ਤੁਸੀਂ ਕਹਿੰਦੇ ਸੀ ਸਾਡਾ ਵਾਅਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਕਿਹਾ ਜੀ ਅਸੀਂ 370 ਤੋੜਨੀ ਹੈ, ਲੇਕਿਨ ਇਹ ਤਾਂ BJP ਨੇ ਕਦੇ ਨਹੀਂ ਸੀ ਕਿਹਾ ਕਿ ਤੁਹਾਡੀ ਰਿਆਸਤ ਹੀ ਤੋੜ ਦੇਣੀ ਹੈ। ਇਹ ਸਾਡੀ ਰਿਆਸਤ ਹੀ ਤੋੜ ਦਿੱਤੀ ਤੇ 2 ਟੁਕੜੇ ਕਰਤੇ। ਔਰ ਉਸ ਵੇਲੇ ਤੇ ਬੜੇ ਲੋਕ ਜੰਮੂ ਦੇ ਵੀ ਖੁਸ਼ ਹੋਏ, ਲੇਹ ਦੇ ਲੋਕ ਵੀ ਬੜੇ ਖੁਸ਼ ਹੋਏ कि पता नहीं असी केड़ा पहाड़ पुठा करनी रियासत की तबाही हो गई। मेरे दोस्तों साथियों, जम्मू कश्मीर अपनी पार्टी जिसने वजूद चाहिए 8 मार्च 2020 ये पार्टी क्यों बनानी पड़ी?
कि जिस वेले ये रियासत तोड़ दी सारे लीडर अंदर हो गए सब्जेक्ट कहने जो स्टेट सब्जेक्ट खत्म हो गया तो फिर जरा मर्जी जमीन आके खरीद ले फिर जरा मर्जी आके नौकरी ला ले वो एक डर का माहौल पैदा हो गया और जेडे बीजेपी के लोग सी वो कहने लगे जी हुण जमीन जरा मर्जी आके इतने खरीद ले जो पार्टी मजबूत हुई जा रही है। मैं मैडम पवनीत को भी मुबारकबाद देना चाहता हूँ कि जिस तरह से ये बड़ी हिम्मत और हौसले से काम करती हैं और अपनी कॉन्स्टिट्यूंसी में नहीं बाकी भी आए दिन हर एक पार्टी के प्रोग्राम में हिस्सा भी लेती है। मुझे लगता है अगर पवनीत जी ऐसे ही काम करती रहेंगी वुमेन्स विंग तो मजबूत करेंगी ही करेंगी, बाकी भी ये पार्टी की तरफ जो इनका कंट्रीब्यूशन लगता है काफ़ी मजबूत होता जा रहा है दिन ब दिन। मैं सबको मुबारकबाद देता हूँ जो जम्मू में यहाँ टीम काम कर रही है। जनाब आज आप लोगों ने फॉर्मली हमारे साथ ज्वाइन करने का जो फैसला लिया है इंशाल्लाह मैं एक वादा करता हूँ आप कभी पछताएंगे नहीं, आप कभी ज़िंदगी में शर्मिंदा नहीं होंगे हम किस जमात में गए। जो हमारा उसूल है कि हम खड़े रहेंगे आपके साथ आपके मसलों के साथ। ये दूसरी बात है हम तक जो होगा वही हो सकता है आज, लेकिन कल जब आपकी मदद से आपकी अपनी सरकार बनेगी तो इंशाल्लाह लोगों को दर दर की तरह जिस तरह आज की सरकारें लोगों को एक दर से दूसरे दर पर ले जा रही हैं वैसा नहीं होगा। हम सही मानों में खिदमत का जज्बा रखते हैं और अल्लाह के फजल से खिदमत भी लोगों की करेंगे। मंजीत जी ने काफ़ी बातें कही लेकिन एक बात ज़रूर ये कही कि पंजाबी लैंग्वेज जितनी आपके लिए ज़रूरत है मुझे लगता है इतनी ही हमारे जो नई नस्ल है इनके लिए भी ज़रूरी है, क्योंकि जब तक न इंसान अपनी ज़बान जो घर में बोलता है वो पढ़ना जाने तब तक ना उसको अपने मज़हब की समझ है। तो वक्त आया कि आज मुझे लगता है 8 साल के बाद वो लेक्चर पोस्टें भी अभी फिल नहीं हुई, दूसरी चीज़ें नहीं हुई, उसमें आपको भी थोड़ी सी पहल करनी पड़ेगी कि आपके बच्चे ये सब्जेक्ट एडिशनल ले लें। अब तो ऐसा नहीं है, 8वीं तक तो आप 3 लैंग्वेजेस कर ही सकते हो, उसके बाद 2 ही लैंग्वेजेस उन्होंने की हैं तो 8वीं तक तो आप कर ही सकते हो। कम से कम अगर बेस रहेगी तो उससे काफ़ी कुछ फ़र्क पड़ेगी। मंजीत जी अभी किसानों की बात कर रहे थे, क्योंकि RS4 की बात जब करें तो ये राइस बाउल ऑफ जम्मू एंड कश्मीर है। आपकी बासमती आपकी अदरवाइज़ जो क्वालिटी होती है वो इतनी अच्छी है, लेकिन अफसोस ये है कि जो केंद्र सरकार है वो किसानों के लिए कुछ करने से खुश नहीं। उनको लगता है कि किसान शायद ज़रूरत ही नहीं है कहीं किसान की, और जिस तरह से किसान आंदोलनों को हर जगह दबाया जाता है ये बड़ी परेशानी की बात है, क्योंकि पिछले 77 साल में इस मुल्क की अगर रीढ़ की हड्डी कोई रहा है तो ये किसान रहा है। आज हम अगर फ़ख्र से कहते हैं कि हम दुनिया में सबसे बड़े राइस प्रोड्यूसर हैं तो इन किसानों की वजह से। वीट कल कह रहे थे कि 64 लाख टन हम एक्सपोर्ट करेंगे, ये किन की मेहनत का नतीजा है। इसलिए आप लोगों को तो ज़्यादा एकजुट होना पड़ेगा ताकि अपने जो आपके मसले मसाइल हैं उनकी तरफ केंद्र सरकार की पूरी तवज्जो हो, क्योंकि किसान के बिना ये मुल्क आगे नहीं जाए। तो आहिस्ता आहिस्ता कोशिश यही है हमारी जमात के लीडरों की भी कि लोगों तक जो अपना मैसेज है वो अब दिन ब दिन क्लियर होता जा रहा है, और मुझे उसमें सबसे ज़्यादा तो ये लगता है कि अब जो लोग यहाँ सरकार और अपोजिशन में बैठे हैं उनका झूठ नंगा हो गया है। अब लोगों को लग रहा है अपनी पार्टी जो कह रही थी वही सच है, और हमारे जो सीनियर लीडर हैं वो भी क्योंकि एक्टिवली फील्ड में एक्टिव रहते हैं लोगों के मसले मसाइल अटेंड करने के लिए, देखने के लिए, कम से कम आइडेंटिफाई करने के लिए, तो ये मैं उनको भी इसका श्रेय देता हूं जो हमारे क़यादत यहाँ जम्मू में, और लोगों को भी शुक्रिया